इस वक्त हम सब्ज़ी फ्रूट मंडी मानावाला में मौजूद हैं। पेट्रोलियम मसनूआत, बिजली गैस की कीमतें बढ़ने की वजह से सब्ज़ी और फ्रूट की कीमतें आसमान को छू रही हैं। तो हम यहाँ पर आड़ती हजरात से बात करते हैं कि इन चीज़ों के रेट्स पहले क्या थे और अब क्या हैं। अच्छा जी, ਇਹ ਤੁਸੀਂ ਕੀ ਵੇਚ ਰਹੇ ਹੋ? अच्छा, ਤੁਸੀਂ ਇਹ ਗੋਭੀ ਵੇਚ ਰਹੇ ਹੋ ਤੇ ਗੋਭੀ ਦਾ ਕੀ ਰੇਟ ਹੈ? गोभी है 150 रुपये किलो, 160 रुपये किलो, 160 रुपये किलो। 160 रुपये किलो ਗੋਭੀ ਹੈ ਤੇ ਪਹਿਲੇ ਕੀ ਰੇਟ ਹੁੰਦਾ ਸੀ ਇਹਦਾ? ਪਹਿਲੇ ਰੇਟ ਹੁੰਦਾ ਸੀ, ਥੋੜੇ ਦਿਨ ਪਹਿਲਾਂ ਵਿਕਦੀ ਰਹੀ ਹੈ 100 120। ਤੇ ਹੁਣ ਕਿਉਂ ਇੰਨੀ ਮਹਿੰਗੀ ਹੋ ਗਈ ਹੈ? ਵਜ੍ਹਾ ਕਿ ਬਿੱਲ ਬਿਜਲੀ ਦੇ ਕਿਰਾਏ ਅੱਗੇ ਨਾਲ ਡਬਲ ਹੋ ਗਏ ਨੇ ਜਿੱਥੋਂ ਇਹ ਆਉਂਦੀ ਆ। ਪੈਟਰੋਲ ਮਹਿੰਗਾ ਹੋ ਗਿਆ, ਡੀਜ਼ਲ ਮਹਿੰਗਾ ਹੋ ਗਿਆ, ਸਾਰੀ ਵਜ੍ਹਾ ਹੀ ਮਹਿੰਗਾਈ ਦੀ ਜਿਹੜੀ ਨਾ, ਗੈਸ ਪੈਟਰੋਲ ਬਿਜਲੀ, ਕਿੱਥੇ ਜਾਏ ਗਰੀਬ ਆਦਮੀ। ਅੱਛਾ, ਇਹ ਤੁਹਾਡਾ ਕਹਿਣਾ ਹੈ ਕਿ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਵੱਧ ਗਈਆਂ ਨੇ ਤੇ ਬਿਜਲੀ ਗੈਸ ਦੇ ਵੱਧ ਗਏ ਨੇ, ਕਿਰਾਏ ਵੱਧ ਗਏ ਨੇ, ਇਸ ਵਜ੍ਹਾ ਤੋਂ ਸਾਰੀ ਮਹਿੰਗਾਈ ਆ। ਤੇ ਇਹਦਾ ਫਿਰ ਕੋਈ ਹੱਲ ਕੀ ਹੈ? ਹਾਲੇ ਦਾ ਪੈਟਰੋਲ ਬਿਜਲੀ ਸਸਤੀ ਹੋ ਜਾਵੇ, ਦੁਨੀਆ ਸਕੂਨ 'ਚ ਹੋ ਜਾਵੇ। ਇੱਕ ਮਿਲ ਮਜ਼ਦੂਰ ਆ, ਉਹ 18,000 20,000 ਬਿੱਲਾਂ ਹੀ ਬੰਦ ਹੋਣੀ ਲੈਂਦਾ, ਉਹ 10,000 12,000 ਬਿੱਲ ਆ ਜਾਂਦਾ। ਕਿੱਧਰ ਜਾਏ? ਲੋਕੀ ਖੁਦਕੁਸ਼ੀ ਕਰਨ ਦੇ ਤਿਆਰ ਹੋਏ ਨੇ। ਲੋਕ ਖੁਦਕੁਸ਼ੀਆਂ ਕਰਨ ਦੇ ਤਿਆਰ ਹੋਏ ਨੇ ਜੀ। ਅੱਛਾ ਜੀ, ਤੁਸੀਂ ਕੀ ਵੇਚ ਰਹੇ ਹੋ? सर यही बेच रहे हैं, बैंगन बेच रहे हैं। ਹਾਂਜੀ, ਬੈਂਗਣ ਕੀ ਰੇਟ ਨੇ? बैंगन 50 रुपये किलो, 60 रुपये किलो। 50 रुपये किलो, 60 रुपये किलो, ਇਹ ਫਿਰ ਸਸਤੇ ਹੀ ਨਹੀਂ? बस यही कोई ना कोई नाने आने माड़े आ गए ने हूँ 400 450। ਇਹ ਕਾਣੇ ਕੂਣੇ ਰਹਿ ਗਏ ਥੱਲੇ ਤਾਂ, ਨਹੀਂ ਤੇ 100 ਰੁਪਏ ਕਿਲੋ 80 ਰੁਪਏ ਕਿਲੋ ਵੀ ਗਏ ਆ। ਅੱਛਾ, ਇਹ ਮਤਲਬ ਰਹਿੰਦ ਖੂੰਦ ਤੁਸੀਂ ਕਹਿੰਦੇ ਹੋ ਰਹਿ ਗਿਆ ਹੈਗਾ ਵਾ। ਅੱਛਾ ਜੀ, ਤੁਸੀਂ रह गई सर जी, ਇਹ ਭਿੰਡੀ ਦਾ ਕੀ ਰੇਟ ਜੇ? छाट रह गई जी 50 60 रुपये किलो। ਨਹੀਂ, ਵੈਸੇ ਤੁਸੀਂ ਕੀ ਰੇਟ ਵੇਚ ਰਹੇ ਸੋ? 400 रुपये दी, 400 रुपये दी धड़ी। 400 ਰੁਪਏ ਦੀ ਤੁਸੀਂ 5 ਕਿਲੋ ਇਹ ਵੇਚ ਰਹੇ ਸੀ। ਅੱਛਾ ਭਾਈ ਜਾਨ, ਤੁਸੀਂ ਆਲੂ ਵੇਚ ਰਹੇ ਜੇ ਤੇ ਇਹਨਾਂ ਦਾ ਆਲੂਆਂ ਦਾ ਕੀ ਰੇਟ ਜੇ? ਆਲੂਆਂ ਦਾ ਸਰ 550 ਰੁਪਏ ਰੇਟ ਹੈ ਆਪਣਾ ਧੜੀ ਦਾ, 110 ਰੁਪਏ ਕਿਲੋ। 110 ਰੁਪਏ ਤਾਂ ਫਿਰ 600 ਰੁਪਏ ਹੋ ਗਏ ਕਿ? ਹਾਂ, 600 ਰੁਪਏ ਧੜੀ ਹੋ ਗਿਆ। ਪਹਿਲੇ ਬਲਕਿ ਘੱਟ ਸੀਗਾ, ਹੁਣ ਅੱਧੋ ਦੀ ਰੇਟ ਵੱਧ ਗਏ ਨੇ, ਅੱਧੋ ਦੀ ਤੋਂ ਮੁਰਾਦ ਇਹ ਕੀ ਵਜ੍ਹਾ ਕਿਉਂ ਵਧੇ ਨੇ ਰੇਟ? ਪਹਿਲੇ ਰੇਟ ਸੀ 300 ਸੀ ਤੇ ਹੁਣ 600 ਕਿਉਂ ਹੋ ਗਿਆ? ਸਿਰਫ ਮਸਨੂਆਤ ਦੀ ਪਿੱਛੋਂ ਕੀਮਤ ਜ਼ਿਆਦਾ ਹੋ ਗਈ ਹੈ, ਤੇਲ ਬੱਤੀ ਹਰ ਚੀਜ਼ ਅਖਰਾਜਾਤ ਜ਼ਿਆਦਾ ਹੋ ਗਏ ਨੇ। ਉਹ ਕਿਰਾਏ ਡਬਲ ਪੈਂਦੇ ਪਏ ਨੇ, ਪਿੱਛੋਂ ਮਹਿੰਗਾਈ ਪੈਂਦੀ ਪਈ ਹੈ, ਬੜੀ ਦੂਰੋਂ ਇਹ ਸੌਦੇ ਆਉਂਦੇ ਪਏ। ਕਿਰਾਏ ਬਹੁਤ ਜ਼ਿਆਦਾ ਹੋ ਗਏ ਨੇ ਤੇ ਪੈਟਰੋਲੀਅਮ ਦੀ ਵਜ੍ਹਾ ਨਾਲ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਸਬਜ਼ੀਆਂ ਦੇ ਰੇਟ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਗਏ ਨੇ। ਤੇ ਅਸੀਂ ਹੁਣ ਇੱਕ ਹੋਰ ਆੜਤੀ ਨੇ, ਉਹਨਾਂ ਨਾਲ ਵੀ ਗੱਲ ਕਰਨੇ ਆ ਕਿ ਇਹ ਕੀ ਕਹਿੰਦੇ ਨੇ। ਇਹਨਾਂ ਦੇ ਕੋਲ ਕਾਫੀ ਚੀਜ਼ਾਂ ਨੇ। ਅੱਛਾ ਭਾਈ ਜਾਨ, ਵਾਲੇਕੁਮ ਅਸਲਾਮ ਜੀ। ਤੁਸੀਂ ਇਹ ਆਪਣਾ ਟਮਾਟਰਾਂ ਦਾ ਕੀ ਰੇਟ ਜੇ? 140 रुपये किलो मेरे। 140 ਰੁਪਏ ਕਿਲੋ ਟਮਾਟਰ। ਤੇ ਇਹ ਇੰਨੇ ਮਹਿੰਗੇ ਕਿਉਂ ਹੋ ਗਏ ਨੇ? ਤੇ ਪਹਿਲਾਂ ਕੀ ਰੇਟ ਸੀ ਇਹਨਾਂ ਦਾ? पहले 200 भी रहे या 200 180 भी रहे ने, 160 भी रहे ने। लेकिन जे ते लाट छोटा साइज दरम्याना मीडियम साइज जरा वो जरा सस्ता वा, मोटा साइज जरा महंगा वा। ਨਹੀਂ, ਇਹ ਮਹਿੰਗੇ ਹੋਣ ਦੀ ਵਜ੍ਹਾ ਕੀ ਹੈ? वजह ये कि ट्रांसपोर्ट ਜਿਹੜੇ ਕਿਰਾਏ ਜ਼ਿਆਦਾ ਨੇ, ਉਹਦੀ ਵਜ੍ਹਾ ਨਾਲ ਪੇਮੈਂਟ ਜ਼ਿਆਦਾ ਹੁੰਦੀ, ਸਾਨੂੰ ਖਰਚਾ ਜ਼ਿਆਦਾ ਆਉਂਦਾ। ਆਹ ਤੇ 2 ਰੁਪਏ ਕਿਲੋ ਰੱਖ ਕੇ ਲੈਣੇ ਨੇ ਜੀ, ਜੇ ਇਸ ਰੇਟ ਨਾਲ ਮਿਲੇ। ਅੱਛਾ, ਤੇ ਇਹ ਅਦਰਕ ਪਿਆ ਜੇ, ਹਾਂਜੀ, ਇਹ ਅਦਰਕ ਦਾ ਕੀ ਰੇਟ ਜੇ? 1200 रुपये किलो मेरे। 1200 ਰੁਪਏ ਕਿਲੋ ਅਦਰਕ ਹੈ। ਤੇ ਇਹ ਪਹਿਲੇ ਕੀ ਰੇਟ ਹੁੰਦਾ ਸੀ ਇਹਦਾ? पहले तक 700 रुपये किलो, 800 रुपये किलो, 600 रुपये किलो तक भी रहा पिछले दो, आज तो साल 6 महीने पहले। ਤੇ ਹੁਣ ਜਿਸ ਦਿਨ ਦਾ ਤੇਲ ਦੀਆਂ ਕੀਮਤਾਂ ਵਧੀਆਂ ਨੇ ਉਸ ਦਿਨ ਦਾ ਰੇਟ 1200 डबल रेट हो गए ने, डबल रेट हो गए ने। ਡਬਲ ਰੇਟ ਹੋ ਗਏ ਨੇ ਜੀ, ਇਹਨਾਂ ਦਾ ਕਹਿਣਾ ਹੈ। ਤੇ ਇਹ ਥੋਮ ਦਾ ਕੀ ਰੇਟ ਜੇ? 400 रुपये किलो जी। ਥੋਮ 400 ਰੁਪਏ ਕਿਲੋ। फार्मी 500 रुपये किलो वा, फार्मी 500 रुपये किलो, देसी 400 रुपये किलो। अच्छा था। ਤੇ ਇਹ ਧਨੀਆ ਵੀ ਤੁਹਾਡੇ ਕੋਲ ਪਿਆ ਹੋਇਆ, ਤੇ ਧਨੀਏ ਦਾ ਕੀ ਰੇਟ ਜੇ? 250 रुपये किलो, 300 रुपये किलो। ਜਿਹੜਾ ਨਾਰਮਲ ਧਨੀਆ ਉਹ 250 ਵਾ, ਜਿਹੜਾ ਅੱਛਾ ਧਨੀਆ ਸਾਫ ਸੁਥਰਾ ਉਹ 300 रुपये किलो। 250-300 ਰੁਪਇਆ ਸਿਰਫ। ਇਹ ਪੰਜਾਬ ਦਾ ਨਹੀਂ ਸਵਾਦ ਤੋਂ ਆ ਰਿਹਾ, ਉਹ ਕਿਰਾਏ ਦੀ ਮਤਲਬ ਵਜ੍ਹਾ ਨਾਲ ਹੀ ਪੇਮੈਂਟ ਜ਼ਿਆਦਾ ਬਣਦੀ ਆ। ਕਿਰਾਏ ਦੀ ਵਜ੍ਹਾ ਨਾਲ ਜੀ। ਇਹਨਾਂ ਦਾ ਕਹਿਣਾ ਹੈ ਕਿ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਵਧਣ ਨਾਲ ਕਿਰਾਇਆ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਹਦੀ ਵਜ੍ਹਾ ਨਾਲ ਇਹ ਸਬਜ਼ੀਆਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਡਬਲ ਹੋ ਚੁੱਕੀਆਂ ਨੇ। ਤੇ ਸਾਡੇ ਨਾਲ ਇੱਥੇ ਫਰੂਟ ਵੇਚਣ ਵਾਲੇ ਵੀ ਮੌਜੂਦ ਨੇ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਫਰੂਟ ਵੇਚ ਰਹੇ ਨੇ ਤੇ ਕਿਸ ਰੇਟ ਤੇ ਵੇਚ ਰਹੇ ਨੇ। ਅੱਛਾ ਜੀ, ਇਹ ਸੇਬ ਤੁਸੀਂ ਵੇਚ ਰਹੇ ਹੋ, ਇਹ ਕੀ ਰੇਟ ਜੇ ਸੇਬ ਦਾ? 200 रुपये किलो जी। 200 ਰੁਪਏ ਕਿਲੋ ਸੇਬ ਦਾ ਰੇਟ ਹੈ। ਤੇ ਪਹਿਲੇ ਜਦੋਂ ਤੁਸੀਂ ਵੇਚਦੇ ਸੋ ਉਦੋਂ ਕੀ ਰੇਟ ਸੀ? 150 120 ਰੁਪਏ ਤੋਂ ਲਾ ਕੇ 150 ਦੇ ਕਰੀ ਹੁੰਦਾ ਸੀ। ਤੇ ਹੁਣ ਇਹਨਾਂ ਰੇਟ ਕਿਉਂ ਵੱਧ ਗਿਆ?
ਮਹਿੰਗਾਈ ਦੀ ਵਜ੍ਹਾ ਪੈਟਰੋਲ ਮਹਿੰਗਾ ਜੀ, ਪੈਟਰੋਲ ਦੀ ਵਜ੍ਹਾ। ਮਹਿੰਗਾਈ ਹੈਗੀ ਹੈ ਤੇ ਪੈਟਰੋਲ ਮਹਿੰਗਾ ਹੋ ਗਿਆ ਤੇ ਇਹ ਫਿਰ ਸਾਰਾ ਦਿਨ ਦੇ ਵਿੱਚ ਤੁਹਾਡੀ ਕੋਈ ਸੇਲ ਤੇ ਫਰਕ ਪਿਆ? ਸੇਲ ਤੇ ਫਰਕ ਪਿਆ, ਚੰਗਾ ਭਲਾ ਪਿਆ ਜੀ ਫਰਕ। ਬੱਚਤ ਵੀ ਘਟ ਗਈ ਹੁਣ, ਬੱਚਤ ਵੀ ਘਟ ਗਈ ਹੈ, ਸੇਲ ਵੀ ਘਟ ਗਈ ਹੈ ਤੇ ਫਿਰ ਘਰ ਦਾ ਸਿਸਟਮ ਕਿਸ ਵਿੱਚ ਚੱਲਦਾ ਹੈ? ਬਸ ਅੱਲਾ ਰਸੂਲ ਦੇ ਆਸਰੇ ਤੇ ਚੱਲਣ ਰਿਹਾ ਜੀ। ਕੋਈ ਨਿਜ਼ਾਮ ਤੇ ਬਹੁਤ ਖਰਾਬ ਹੋਇਆ ਹੈ। ਨਿਜ਼ਾਮ ਖਰਾਬ ਹੋ ਗਿਆ। ਤੁਹਾਨੂੰ ਬਿਜਲੀ ਦਾ ਬਿੱਲ ਕਿੰਨਾ ਆਇਆ ਸੀ? 80,000 ਰੁਪਏ। 80,000 ਤੁਹਾਨੂੰ ਬਿਜਲੀ ਦਾ ਬਿੱਲ ਆਇਆ ਤੇ ਤੁਸੀਂ ਰੋਜ਼ ਇੱਥੇ ਕਿੰਨੇ ਕਮਾ ਲੈਂਦੇ ਹੋ? 600 ਰੁਪਏ ਦਿਹਾੜੀ ਲੈਣਾ ਜੀ। 600 ਰੁਪਏ ਤੁਸੀਂ ਦਿਹਾੜੀ ਕਮਾਉਂਦੇ ਹੋ ਤੇ ਫਿਰ ਉਹ 80,000 ਬਿੱਲ ਵੀ ਆ ਗਿਆ ਤੇ ਉਹ ਫਿਰ ਕੁਛ ਹੈ ਵਿੱਚ ਹੀ ਘਰ ਦੀ? ਨਹੀਂ ਹਲੇ ਤਾਰੇ ਨਹੀਂ ਬਿੱਲ। ਬਿੱਲ ਤੁਸੀਂ ਨਹੀਂ ਤਾਰਿਆ, ਅਗਲੇ ਮਹੀਨੇ ਹੁਣ ਫਿਰ ਬਿੱਲ ਆ ਜਾਏਗਾ ਤੇ ਫਿਰ ਉਹ ਤੁਹਾਡਾ ਮੀਟਰ ਲਾ ਕੇ ਲੈ ਜਾਣਗੇ? ਨਹੀਂ ਕੁਛ ਨਾ ਕੁਛ ਕਰਾਂਗੇ ਜੀ, ਫਿਰ ਕਿਸ਼ਤ ਕੋਈ ਕਰਾਵਾਂਗੇ, ਕੁਛ ਹੋਏਗਾ ਕੁਛ ਗੱਲਾਂ ਦਾ। 80,000 ਆ ਗਿਆ, ਅਗਲੇ ਮਹੀਨੇ ਤੁਹਾਡਾ ਆ ਜਾਏਗਾ 1,60,000, 80,000 ਫਿਰ ਆ ਗਿਆ ਤੇ ਕੋਈ ਕਿਸ਼ਤ ਕੁਛ ਕਰਾਵਾਂਗੇ ਜੀ। ਫਿਰ ਹੁਣ ਕੋਈ ਤਾਮਨ ਕੋਈ ਕਰੇਗਾ ਤਾਂ ਫੇਰ ਹੀ ਜੇ ਸਰਕਾਰ ਕੋਈ ਤਾਮਨ। ਤਾਮਨ ਕਰਨ ਦੀ ਵਜ੍ਹਾ ਨਾਲ ਅਗਰ ਗਰੀਬ ਆਦਮੀ ਇਹਨਾਂ ਦਾ ਕਹਿਣਾ ਜੀ ਸਾਡੇ ਨਾਲ ਕੋਈ ਤਾਮਨ ਕੋਈ ਕਰਦੇ ਦੋਸਤ ਕੋ ਮਸ਼ਈਰ ਹਜ਼ਰਾਤ ਫਿਰ ਉਹ ਬਿੱਲ ਅਦਾ ਹੋ ਜਾਏਗਾ। ਹਾਂਜੀ ਤੁਸੀਂ ਕੀ ਕਹਿੰਦੇ ਹੋ ਜੀ? ਮੈਂ ਸਰ ਕਹਿੰਦਾ ਮਹਿੰਗਾਈ ਨੇ ਜੀਣਾ ਔਖਾ ਕਰ ਦਿੱਤਾ ਜੀ। ਜੀ ਜੀ। ਅਸਲ ਦੇ ਵਿੱਚ ਤੇਲ ਆਏ ਦਿਨ ਵੱਧ ਜਾਂਦਾ ਵਾ ਤੇ ਉਹ ਟਰਾਂਸਪੋਰਟ ਤੇ ਫਰਕ ਪੈ ਜਾਂਦਾ, ਕਿਰਾਏ ਵੱਧ ਜਾਂਦੇ ਨੇ, ਮਸਨੂਆਤਾਂ ਮਹਿੰਗੀਆਂ ਹੋ ਜਾਂਦੀਆਂ ਨੇ। ਇਸ ਵਾਸਤੇ ਬਿਜਲੀ ਦਾ ਬਿੱਲ ਵੀ ਮਤਲਬ ਜਿਹੜਾ ਨਾ ਉਹ ਜ਼ਰੂਰਤ ਤੋਂ ਜ਼ਿਆਦਾ ਹੀ ਆ ਰਿਹਾ ਹੈ। ਇਹੋ ਹੀ ਮੈਂ ਬਾਤ ਕਰ ਰਿਹਾ ਜੀ, ਹੋਰ ਤਾਂ ਕੋਈ ਵੀ ਬਾਤ ਨਹੀਂ ਕੀਤੀ। ਮਤਲਬ ਤੁਹਾਡਾ ਕਹਿਣਾ ਇਹ ਵੇ ਕਿ ਮਹਿੰਗਾਈ ਤੇ ਹੈ ਹੀ ਕੰਟਰੋਲ ਨਹੀਂ ਹੋ ਰਿਹਾ ਅਸਲ ਦੇ ਵਿੱਚ। ਮਹਿੰਗਾਈ ਤੇ ਕੰਟਰੋਲ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ? ਪਤਾ ਨਹੀਂ ਜੀ, ਹੁਣ ਮਤਲਬ ਇਹ ਅੱਲਾ ਪਾਕ ਹੀ ਬਿਹਤਰ ਜਾਣਦੇ ਨੇ ਕਿਉਂ ਨਹੀਂ ਹੋ ਰਿਹਾ। ਸਾਡੀ ਹਕੂਮਤਾਂ ਵੀ ਮਤਲਬ ਜਿਹੜੀਆਂ ਨੇ ਉਹ ਵੀ ਪਤਾ ਨਹੀਂ ਕੋਈ ਜ਼ੇਰੇ ਗੌਰ ਨੇ ਜਾਂ ਮਤਲਬ ਜੋ ਵੀ ਹੈ ਕਹਿੰਦੇ ਸਬਸਿਡੀ ਦੇਵਾਂਗੇ। ਫਿਰ ਕਹਿ ਰਿਹਾ ਸੀ ਮਤਲਬ ਵੀ IMF ਨਾਲ ਮਤਲਬ ਕੋਈ ਮੁਤਾਲਬਾ ਚੱਲ ਰਿਹਾ, ਉਹਦੇ ਵਿੱਚ ਮਤਲਬ ਕੋਈ 200 ਯੂਨਿਟ ਤੱਕ ਰਿਆਇਤ ਦੇਵਾਂਗੇ, ਕੋਈ ਰਿਆਇਤ ਨਹੀਂ ਹੋਈ। ਬਿਜਲੀ ਦੇ ਬਿੱਲ ਜ਼ਰੂਰਤ ਤੋਂ ਜ਼ਿਆਦਾ ਆ ਗਏ ਨੇ। ਗਰੀਬ ਆਦਮੀ ਜਿਹੜਾ ਜੀ ਉਹ ਰੋਟੀ ਨਹੀਂ ਪੂਰੀ ਸਕਦਾ, ਬਿੱਲ ਕਿੱਥੋਂ ਦੇਵੇ, ਬੱਚਿਆਂ ਦੀ ਫੀਸ ਕਿੱਥੋਂ ਦੇਵੇ, ਮਕਾਨ ਦੇ ਕਿਰਾਏ ਕਿੱਥੋਂ ਦੇਵੇ। ਉਹ ਗੁਰਬਤ ਨੇ ਡੇਰੇ ਲਾਏ ਪਾਕਿਸਤਾਨ ਦੇ ਵਿੱਚ। ਗੁਰਬਤ ਨੇ ਡੇਰੇ ਲਾਏ ਹੋਏ ਨੇ ਜੀ। ਇਹਨਾਂ ਦਾ ਕਹਿਣਾ ਹੈ ਕਿ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਜ਼ਿਆਦਾ ਹੋਣ ਨਾਲ ਤੇ ਬਿਜਲੀ ਦੇ ਬਿੱਲ ਜ਼ਿਆਦਾ ਆਉਣ ਦੀ ਵਜ੍ਹਾ ਨਾਲ ਜਿਹੜਾ ਨਾ ਉਹ ਚੀਜ਼ਾਂ ਦੀ ਜਿਹੜੀਆਂ ਨੇ ਸਬਜ਼ੀਆਂ ਤੇ ਫਰੂਟ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਤੇ ਲੋਕਾਂ ਦੀ ਕੂਵਤ ਖਰੀਦ ਤੋਂ ਬਾਹਰ ਨੇ। ਔਰ ਇਹਨਾਂ ਦਾ ਕਹਿਣਾ ਹੈ ਕਿ 500-600 ਰੁਪਏ ਕਮਾਈ ਕਰਦੇ ਨੇ ਜਿਹਦੇ ਨਾਲ ਘਰ ਦਾ ਚੁੱਲ੍ਹਾ ਵੀ ਨਹੀਂ ਜਲ ਸਕਦਾ। ਆਓ ਜੀ ਅੱਗੇ। ਹਾਂਜੀ ਸਰ ਤੁਸੀਂ ਕੀ ਵੇਚ ਰਹੇ ਹੋ? ਇੱਧਰ ਬਾਹਰ ਹੋਵੋ, ਜ਼ਰਾ ਇੱਧਰ ਆਵੋ, ਇੱਥੇ ਖੜੇ ਹੋਵੋ। ਅੱਛਾ ਤੁਸੀਂ ਫਰੂਟ ਵੇਚ ਰਹੇ ਹੋ, ਇਹ ਕੀ ਮਿੱਠੇ ਨੇ? ਤੇ ਮਿੱਠਿਆਂ ਦਾ ਕੀ ਰੇਟ ਜੇ? ਬਹੁਤ ਜ਼ਿਆਦਾ ਰੇਟ ਅਪ ਹੋ ਚੁੱਕੇ ਨੇ। ਗਰੀਬ ਆਵਾਮ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਹੋ ਚੁੱਕੇ ਨੇ। ਡਾਕਟਰ ਹਜ਼ਰਾਤ ਕਹਿੰਦੇ ਨੇ ਕਿ ਆਪਣੀ ਬਿਮਾਰੀ ਦੀ ਹਾਲਤ 'ਚ ਮਿੱਠੇ ਤੁਸੀਂ ਚੁੱਪੋ ਤੇ, ਲੇਕਿਨ ਇੱਥੇ ਆਵਾਮ ਕੀ ਕਰੇ? 200 150 200 ਰੁਪਏ ਦਰਜਨ ਮਿੱਠੇ ਜਿਹਨੇ ਲਿਜਾ ਕੇ ਚੁੱਪਨੇ ਹੋ, ਕੀ ਚੁੱਪੇਗਾ ਜਨਾਬ? ਗਰੀਬ ਆਵਾਮ ਦੀ ਪਹੁੰਚ ਤੋਂ ਦੂਰ ਹੀ ਆ। ਉਹ ਬਿੱਲ ਤਾਰੇ ਜਾਂ ਸਬਜ਼ੀਆਂ ਖਾਏ, ਫਰੂਟ ਖਾਏ, ਕੀ ਕਰੇ? ਮਿੱਠੇ ਜਿਹੜੇ ਨੇ ਪਹਿਲੇ ਉਹ ਕੀ ਰੇਟ ਹੁੰਦੇ ਸਨ ਤੇ ਹੁਣ ਕਿਉਂ ਦੇ ਵੱਧ? ਪਹਿਲੇ ਤੇ 80-100 ਰੁਪਏ ਦਰਜਨ ਹੁੰਦੇ ਸੀ, ਲੇਕਿਨ ਹੁਣ ਜਦੋਂ ਦਾ ਤੇਲ ਵਧਾਇਆ ਉਸ ਤੋਂ ਬਾਅਦ ਮਿੱਠਿਆਂ ਦਾ ਜਨਾਬੇ ਵਾਲਾ ਹਰ ਚੀਜ਼ ਨੇ ਅਰੂਜ ਪਕੜ ਲਿਆ। ਹਰ ਚੀਜ਼ ਨੇ ਨੂੰ ਪਰ ਲੱਗ ਚੁੱਕੇ ਨੇ। ਹਰ ਚੀਜ਼ ਆਪਣੇ ਨਾਲ ਜਨਾਬੇ ਵਾਲਾ ਇਸ ਟਾਈਮ ਅਰੂਜ ਤੇ ਵੇ। ਜ਼ਵਾਲ ਦੀ ਤਰਫ ਨਹੀਂ ਕੋਈ ਵੀ ਆਣੀ ਹੈ। ਔਰ ਉਮੀਦ ਹੀ ਕੀਤੀ ਜਾ ਸਕਦੀ ਕਿ ਨੌਜਵਾਨ ਜਿਹੜੇ ਨਾ ਇਸ ਲਈ ਆਪਣਾ ਨਾ ਪਾਕਿਸਤਾਨ ਨੂੰ ਛੋੜ ਕੇ ਨਾ ਦੂਸਰੇ ਮਮਾਲਕ ਜਾ ਰਹੇ ਕਿ ਚਲੋ ਸ਼ਾਇਦ ਕਿਤੇ ਉੱਥੇ ਆਪਣਾ ਕੋਈ ਰੋਜ਼ਗਾਰ ਦਾ ਕੋਈ ਸਬਬ ਬਣ ਸਕੇ। ਅਦਰਵਾਈਜ਼ ਇੱਥੇ ਤਾਂ ਪਾਕਿਸਤਾਨ ਦੇ ਰਹਿਣ ਦੇ ਵਿੱਚ ਕੋਈ ਨਾ ਕੋਈ ਹਾਲ ਹੀ ਨਹੀਂ ਹੈ ਕਿਸੇ ਕਿਸਮ ਦਾ ਵੀ। ਗਰੀਬ ਆਵਾਮ ਗਰੀਬ ਤੋਂ ਗਰੀਬ ਤਰ ਹੋਈ ਜਾ ਰਿਹਾ ਹੈ। ਜਿਹੜਾ ਕੋਈ ਸਰਮਾਇਆਦਾਰ ਹੈ ਉਹ ਸਰਮਾਇਆ ਲਗਾ ਕੇ ਜਨਾਬ ਅਮੀਰ ਤਰ ਹੋਈ ਜਾ ਰਿਹਾ ਹੈ। ਬਹੁਤ ਮੁਸ਼ਕਿਲ ਇੱਥੇ ਜੀਣਾ ਹੋ ਚੁੱਕਿਆ ਜੀ। ਅੱਛਾ ਤੇ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਵੇ ਕਿ ਤੁਸੀਂ ਵੀ ਮੁਲਕ ਛੱਡ ਕੇ ਬਾਹਰ ਜਾਣ ਦੀ ਤਿਆਰੀ 'ਚ ਹੋ? ਦੇਖੋ ਜੀ ਆਪਣਾ ਉਮੀਦ ਤਾਂ ਨਹੀਂ ਕਰ ਰਹੇ ਕਿ ਆਪਣਾ ਨਾ ਮੁਲਕ ਛੋੜ ਕੇ ਜਾਣਾ ਚਾਹੀਦਾ ਵਾ, ਕਿਉਂਕਿ ਇੱਥੇ ਰਹਿ ਕੇ 2 ਵਕਤ ਦੀ ਰੋਜ਼ੀ ਆਪਣਾ ਖਾਣ ਦਾ ਨਾ ਕੋਈ ਫਾਇਦਾ ਨਹੀਂ ਆ। ਕਿ ਜਿਹੜਾ ਕੋਈ ਹੱਕ ਹਲਾਲ ਦੀ ਕਮਾਉਂਦਾ ਨਾ ਮੇਰਾ ਖਿਆਲ 2 ਵਕਤ ਦੀ ਰੱਜ ਕੇ ਰੋਟੀ ਨਹੀਂ ਖਾ ਸਕਦਾ। ਜਿਹਨੇ ਆਪਣਾ ਰੋਜ਼ੀ ਕਮਾਣੀ ਹੈ ਨਾ ਉਹ ਫਿਰ ਬਾਹਰ ਦਾ ਸਫ਼ਰ ਬਣਦਾ। ਇੱਥੇ ਤਾਂ ਮੁਲਕ ਦੇ ਪਾਕਿਸਤਾਨ 'ਚ ਰਹਿਣ ਦਾ ਕੋਈ ਹਾਲ ਹੀ ਨਹੀਂ ਹੈ। ਬਿਜਲੀ ਦੇ ਬਿੱਲ ਲੋਕਾਂ ਨੂੰ ਇੰਨੇ ਆ ਚੁੱਕੇ ਨੇ, ਕਿਰਾਇਆ ਟੈਕਸ ਇੱਥੇ ਸਾਰਾ ਕੁਛ ਇਹ ਬਹੁਤ ਬੁਰੀ ਸੂਰਤ ਹਾਲ ਹੈ। ਜਿਹੜਾ ਕੋਈ ਕਿਰਾਇਆ ਤੇ ਰਹਿੰਦਾ ਵਿਚਾਰੇ ਕਿਰਾਇਆ ਦੇਣ, ਬਿਜਲੀ ਦੇ ਬਿੱਲ ਤਾਰਨ, ਕੀ ਕਰਨ? ਖਾਣ ਕੀ ਕਰਨ ਜੀ? ਗਰੀਬ ਆਵਾਮ ਮਰ ਚੁੱਕੀ, ਪਿਸ ਚੁੱਕੀ ਆਵਾਮ। ਅਮੀਰ ਆਪਣੇ ਸ਼ਰਾਫੀਆ ਲੋਕ ਜਿਹੜੇ ਨੇ ਉਹ ਆਪਣਾ ਸ਼ਰਾਫੀਆਪਨ 'ਚ ਲੱਗੇ ਹੋਏ ਨੇ। ਉਹ ਨਹੀਂ ਗਰੀਬ ਦਾ ਸੋਚ ਰਹੇ। ਉਹ ਆਪਣੀ ਜਨਾਬੇ ਵਾਲਾ ਜੋ ਵੀ ਉਹ ਆਪਣਾ ਧਿਆਨੇ ਲੱਗੇ ਹੋਏ ਨੇ ਕਿ ਚਲੋ ਗਰੀਬ ਹੀ ਮਰਦੇ ਪਏ ਨਾ, ਸਾਨੂੰ ਤਾਂ ਕੁਛ ਨਹੀਂ ਮਿਲਣਾ। ਉਹਨਾਂ ਨੂੰ ਕਿਸੇ ਗੱਲ ਦੇ ਨਾਲ ਤਲਕ ਹੀ ਕੋਈ ਨਹੀਂ ਹੈ ਕਿ ਗਰੀਬ ਮਰ ਚੁੱਕਿਆ। ਗਰੀਬ ਦਾ ਜੀਣਾ 2 ਵਾਰ ਹੋ ਚੁੱਕਿਆ। ਉਹ ਆਪਣਾ ਯਾਸ਼ੀਆਂ 'ਚ ਲੱਗੇ ਹੋਏ ਨੇ। ਅੱਛਾ ਤੁਸੀਂ ਇਹ ਫਰੂਟ ਸਬਜ਼ੀ ਇੱਥੇ ਵੇਚ ਰਹੇ ਹੋ, ਮੰਡੀ ਦੇ ਵਿੱਚ ਆੜਤ ਕਰਦੇ ਹੋ ਤੇ ਰੋਜ਼ ਦਾ ਤੁਸੀਂ ਕਿੰਨਾ ਕਮਾ ਲੈਂਦੇ ਹੋ?
ਰੋਜ਼ ਦਾ ਇਹੀ 500-400 ਹਜ਼ਾਰ ਰੁਪਏ ਕਮਾ ਲੈਣਾ ਤੇ ਇਹਦੇ ਚ ਕੀ ਗੁਜ਼ਾਰਾ ਹੋਣਾ ਜਨਾਬ। 500-400 ਤੁਸੀਂ ਕਮਾ ਕੇ ਤੇ ਘਰ ਦਾ ਇਹਦਾ ਮਤਲਬ ਗੁਜ਼ਾਰਾ ਨਹੀਂ ਹੁੰਦਾ। ਗੁਜ਼ਾਰੇ ਕਿੱਥੇ ਹੁੰਦੇ ਨੇ ਜੀ, ਗੁਜ਼ਾਰੇ ਕੋਈ ਵੀ ਨਹੀਂ ਹੁੰਦੇ ਹੈ ਇੱਥੇ ਘਰ ਦੇ ਗੁਜ਼ਾਰੇ। ਬਿਜਲੀ ਦਾ ਬਿੱਲ ਤੁਹਾਨੂੰ ਕਿੰਨਾ ਆਇਆ ਸੀ? ਬਿਜਲੀ ਦਾ ਬਿੱਲ ਇਸ ਦਫਾ 11,000 ਰੁਪਏ ਆਇਆ ਜੀ। 11,000 ਤੁਹਾਨੂੰ ਬਿਜਲੀ ਦਾ ਬਿੱਲ ਆ ਗਿਆ ਤੇ 500-600 ਤੁਸੀਂ ਕਮਾਉਂਦੇ ਹੋ ਤੇ ਘਰ ਦੇ ਵਿੱਚ ਕਾਫੀ ਜੀ ਹੋਣਗੇ ਤੇ ਹੁਣ ਫਿਰ ਤੁਸੀਂ ਹਕੂਮਤ ਨੂੰ ਕੀ ਕਹਿਣਾ ਚਾਹੋਗੇ? हुकूमत पाकिस्तान यही मुतालबा है कि खुदारा साढ़े ते रहम करन, अपना आप सोचन कि गरीब आदमी है इस मुल्क पाकिस्तान के बारे सोचन, अपना ही पेट ना भरन, गरीब आदमी का भी पेट का सोचन कि उन्होंने भी कुछ खाना पीना है, कुछ चीज़ों का जनाबे वाला को करन, इन्हों का आवाम का भी सोचन कि आवाम कित्थों खाएगी, अपना चीज़ों के बैग में इन्होंने गेर लान, कुछ चीज़ों के रेट कम हो ताकि गरीब आवाम खुशहाल हो, मुल्क पाकिस्तान भी खुशहाली च आवे। कोई इस बारे सोचना चाहिए, अपने पेट ही ना भरी जान। ਹਕੂਮਤ ਨੂੰ ਇਹਨਾਂ ਦਾ ਕਹਿਣਾ ਜੀ ਸੋਚਣਾ ਚਾਹੀਦਾ, ਗਰੀਬ ਆਵਾਮ ਦਾ ਆਪਣਾ ਨਹੀਂ ਸੋਚਣਾ ਚਾਹੀਦਾ। ਸਾਡੇ ਨਾਲ ਇੱਥੇ ਕੋਈ ਇੱਕ ਨੌਜਵਾਨ ਵੀ ਮੌਜੂਦ ਨੇ, ਤੁਸੀਂ ਇੱਥੇ ਖਰੀਦਦਾਰੀ ਕਰਨ ਲਈ ਆਏ ਹੋ ਤੇ ਕੀ ਲੈਣਾ ਇਸ ਵਕਤ? ਮੈਂ ਸਬਜ਼ੀ ਲੈਣਾ। ਤੁਸੀਂ ਸਬਜ਼ੀ ਲੈਣ ਆਏ ਹੋ, ਕਿਹੜੀ ਸਬਜ਼ੀ ਲੈਣ ਆਏ ਹੋ? ਮੈਂ ਭਿੰਡੀ ਤੋੜੀ ਲੈਣਾ ਹੈ। ਭਿੰਡੀ ਤੋਰੀ ਤੁਸੀਂ ਲੈਣ ਆਏ ਹੋ ਤੇ ਤੁਸੀਂ ਰੇਟ ਪੁੱਛਿਆ ਭਿੰਡੀ ਤੋਰੀ ਦਾ ਕੀ ਰੇਟ ਹੈ? ਨਹੀਂ ਅਜੇ ਤੇ ਆਏ ਹੀ ਆ। ਅਸੀਂ ਤੁਸੀਂ ਆਏ ਹੀ ਹੋ ਤੇ ਭਿੰਡੀ ਤੋਰੀ ਦਾ ਰੇਟ ਜਿਹੜਾ ਹੈ ਨਾ ਉਹ ਤਕਰੀਬਨ 150-200 ਰੁਪਏ ਮੇਰਾ ਖਿਆਲ ਹੈ ਕਿਲੋ ਦੇ ਨਜ਼ਦੀਕ। ਕਾਫੀ ਜ਼ਿਆਦਾ ਰੇਟ ਹੋਏ। ਤੇ ਇੰਨੇ ਕੁ ਪੈਸੇ ਲੈ ਕੇ ਆਏ ਹੋ ਤੁਸੀਂ? ਹਾਂਜੀ ਇਹਨੇ ਲੈ ਆਏ ਹੋ। ਹੁਣ ਤੁਸੀਂ ਇਹ ਲਿਆਣੇ ਹੀ ਲਿਆਣੇ ਨੇ ਜੀ। मजबूरी है, इनका कहना है जी कि वो सब्ज़ी तो खानी है, घर वालों ने भेजा है, 200-250 रुपये किलो की ये इनका कहना है कि भिंडी मिलेगी वो किलो, तो ये लेकर जाएंगे, लेकिन इनका ये भी कहना है कि मजबूरी है।